ਤੁਸੀਂ ਸੁਣ ਰਹੇ ਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਨਾਵਲ ਸਤਵੰਤ ਕੌਰ। 9ਵਾਂ ਕਾਂਡ। ਰਾਤ ਨੂੰ ਜਦ 2 ਪਹਿਰ ਬੀਤੇ ਤਦ ਫਾਤਮਾ ਚੁੱਪ ਕਰੀਤੀ ਉੱਠੀ। ਦੂਜੇ ਪਾਸਿਓਂ ਗੁਪਤ ਬੂਹਾ ਖੋਲ੍ਹਿਆ ਅਰ ਸਤਵੰਤ ਕੌਰ ਪਾਸ ਪਹੁੰਚੀ। ਜਾ ਕੇ ਅਚਰਜ ਕੌਤਕ ਡਿੱਠਾ, ਸਤਵੰਤ ਕੌਰ ਨਾ ਪਾਈ। ਕਲੇਜਾ ਧੱਕ ਧੱਕ ਕਰਨ ਲੱਗ ਪਿਆ। ਜਿੰਦ ਮੁੱਠ ਵਿੱਚ ਆ ਗਈ। ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾਵੇ। ਹੱਥਾਂ ਦੇ ਤੋਤੇ ਉੱਡਦੇ ਜਾਣ, ਇੱਕ ਰੰਗ ਆਵੇ ਇੱਕ ਜਾਵੇ। ਦਿਲ ਵਿੱਚ ਸੋਚ ਘਾਬਰੇ, ਇੱਧਰ ਉੱਧਰ ਤੱਕੇ, ਭਾਲੇ, ਫਿਰ ਗੋਤੇ ਲੈ ਜਾਵੇ। ਇਸ ਤਰ੍ਹਾਂ ਦੀ ਹੈਰਾਨੀ ਵਿੱਚ ਅੱਧਾ ਘੰਟਾ ਲੰਘਿਆ। ਫਾਤਮਾ ਬੇਸੁੱਧ ਹੋ ਕੇ ਘੜੀ ਭਰ ਪਈ ਰਹੀ ਹੋ ਕਿ ਫੇਰ ਇਸ ਦੀ ਅੱਖ ਖੁੱਲ੍ਹੀ। ਕੀ ਦੇਖਦੀ ਹੈ ਕਿ ਸਤਵੰਤ ਕੌਰ ਨੇ ਸਿਰ ਪੱਟਾਂ ਤੇ ਰੱਖਿਆ ਹੋਇਆ ਹੈ ਅਰ ਪਾਣੀ ਦੇ ਛੱਟੇ ਮਾਰ ਰਹੀ ਹੈ। ਸਤਵੰਤ ਕੌਰ ਨੂੰ ਦੇਖਦੇ ਹੀ ਖੁਸ਼ੀ ਨਾਲ ਸਰੀਰ ਭਰ ਆਇਆ। ਹੰਬਲਾ ਮਾਰ ਕੇ ਉੱਠੀ ਅਰ ਇਉਂ ਗਲ ਮਿਲੀ ਜਿਵੇਂ ਸਾਰਾ ਜ਼ੋਰ ਲਾ ਕੇ ਗਲ ਨਾਲ ਘੁੱਟ ਲਿਆ ਅਰ ਛੱਡੇ ਨਾ। ਕਿੰਨੇ ਚਿਰ ਪਿੱਛੋਂ ਛੱਡ ਕੇ ਪਾਸ ਹੋ ਬੈਠੀ ਅਰ ਲੱਗੀ ਪੁੱਛਣ ਕਿ ਇਹ ਕੀ ਕੌਤਕ ਹੋਇਆ ਸੀ। ਸਤਵੰਤ ਕੌਰ: ਬੀਬੀ ਕੀ ਦੱਸਾਂ, ਸੈਦ ਦੇ ਮਾਮਲੇ ਤੋਂ ਚਿੱਤ ਉਦਾਸੀਨ ਹੋ ਗਿਆ। ਮੈਂ ਸੋਚਿਆ ਕਿ ਬੱਕਰੇ ਦੀ ਮਾਂ ਕਦ ਤੱਕ ਸੁਖਣਾ ਸੁਖੇਗੀ। ਇੱਕ ਦਿਨ ਇਹ ਪੋਲ ਖੁੱਲ੍ਹ ਜਾਏਗਾ ਅਰ ਜਦ ਖੁੱਲ੍ਹੇਗਾ ਤੇਰੇ ਸਿਰ ਆਪਦਾ ਪਾਏਗੀ। ਮੈਂ ਵੀ ਫਸਾਂਗੀ ਤਾਂ ਸਹੀ, ਪਰ ਮੇਰਾ ਕੀ ਹੈ, ਮੈਂ ਤਾਂ ਇਸ ਧਰਤੀ ਵਿੱਚ 5 ਰੁਪਈਏ ਦੀ ਚੀਜ਼ ਹਾਂ। ਮਾਰੀ ਗਈ ਤਾਂ ਮਾਰੀ ਗਈ ਸਹੀ, ਪਰ ਤੁਸੀਂ ਅਮੀਰ ਲੋਕ ਕਾਹਨੂੰ ਮੇਰੇ ਨਾਲ ਪਿਸ ਜਾਓ। ਮੈਨੂੰ ਪਨਾਹ ਦੇਣੀ ਕੋਈ ਛੋਟਾ ਜਿਹਾ ਪਾਪ ਨਹੀਂ ਹੈ। ਫਾਤਮਾ: ਹੈ ਤਾਂ ਠੀਕ, ਪਰ ਸਾਡਾ ਪਰਦਾ ਪਾਟ ਕਿਸ ਤਰ੍ਹਾਂ ਸਕਦਾ ਹੈ। ਇਸ ਥਾਂ ਨੂੰ ਕੋਈ ਜਾਣਦਾ ਨਹੀਂ ਅਰ ਫਿਰ ਇਸ ਵਿੱਚੋਂ ਬਚ ਜਾਣੇ ਦਾ ਰਸਤਾ ਜੰਗਲ ਨੂੰ ਹੈ। ਘਰ ਵਿੱਚ ਇੱਕ ਸੈਦ ਫਿਟਨੀਆਂ ਦਾ ਫੇਟ ਸੀ, ਨਿਕਲ ਗਈ। ਬਾਕੀ ਨੌਕਰ ਮੇਰੇ ਥਾਂ ਲਹੂ ਡੋਲਦੇ ਹਨ। ਸਤਵੰਤ ਕੌਰ: ਸੱਚ ਹੈ, ਪਰ ਕੁਦਰਤ ਦੇ ਕਾਰਖਾਨੇ ਨਿਆਰੇ ਹਨ। ਸਿਆਣਪਾਂ ਦੀ ਪੇਸ਼ ਨਹੀਂ ਚੱਲਦੀ। ਇਸ ਕਰਕੇ ਮੈਂ ਅੱਜ ਚਾਹਿਆ ਕਿ ਅੱਗੋਂ ਦਾ ਸਾਰਾ ਰਸਤਾ ਦੇਖ ਆਵਾਂ। ਸੋ ਬੱਤੀ ਲੈ ਕੇ ਚਲੀ ਗਈ ਅਰ ਦੂਜੇ ਲੰਮੇ ਰਸਤਿਓਂ ਜੋ ਜੰਗਲ ਵਿੱਚ ਜਾਂਦਾ ਹੈ, ਸੁਰੰਗੋਂ ਬਾਹਰ ਨਿਕਲ ਗਈ। ਜੰਗਲ ਸੁੰਨਸਾਨ ਪਿਆ ਸੀ। ਮੈਂ ਕੁਝ ਦੂਰ ਚਲੀ ਗਈ। ਇੱਕ ਪੱਥਰ ਦੇ ਓਹਲੇ 2 ਸਿਪਾਹੀ ਬੈਠੇ ਗੱਲਾਂ ਕਰਦੇ ਸਨ। ਮੈਂ ਖੜੋ ਕੇ ਸੁਣਿਆ ਤਾਂ ਪਤਾ ਲੱਗਾ ਕਿ ਮੇਰੀਆਂ ਹੀ ਗੱਲਾਂ ਕਰਦੇ ਹਨ ਕਿ ਪਾਤਸ਼ਾਹ ਨੂੰ ਸ਼ੱਕ ਹੈ ਕਿ ਮੈਂ ਸ਼ਾਇਦ ਸੜੀ ਨਹੀਂ, ਇਸ ਕਰਕੇ ਲੱਭਣ ਵਾਲੇ ਵਾਸਤੇ ਇਨਾਮ ਮੁਕਰਰ ਹੋਇਆ ਹੈ। ਇਹ ਗੱਲਾਂ ਸੁਣ ਕੇ ਮੈਂ ਮੁੜ ਆਈ ਅਰ ਆ ਕੇ ਤੁਹਾਨੂੰ ਬੇਹੋਸ਼ ਡਿੱਠਾ, ਫਿਰ ਛੱਟੇ ਮਾਰ ਮਾਰ ਕੇ ਹੋਸ਼ ਲਿਆਂਦੀ। ਫਾਤਮਾ: ਤੁਸੀਂ ਬੜਾ ਹੌਸਲਾ ਕਰਦੇ ਹੋ। ਸਤਵੰਤ ਕੌਰ: ਕੀ ਕਰਾਂ, ਦੁੱਖੜੇ ਝੱਲ ਝੱਲ ਕੇ ਦਿਲ ਕੁਝ ਕਰੜਾ ਹੋ ਗਿਆ ਹੈ। ਫਾਤਮਾ: ਤੁਸੀਂ ਨੱਸੇ ਹੋਏ ਹੋ, ਪਰ ਇੱਥੋਂ ਨਾਲੋਂ ਵਧੇਕ ਬਚਾਓ ਦੀ ਜਗ੍ਹਾ ਹੋਰ ਮੈਨੂੰ ਵੀ ਕੋਈ ਨਹੀਂ ਦਿਸਦੀ। ਸਤਵੰਤ ਕੌਰ: ਸੱਚ ਹੈ, ਇਸ ਗੱਲ ਨੂੰ ਤਾਂ ਮੈਂ ਵੀ ਜਾਣਦੀ ਹਾਂ, ਪਰ ਕੇਵਲ ਜਿੰਦ ਹੀ ਨਹੀਂ ਬਚਾਣੀ ਚਾਹੁੰਦੀ। ਮੈਂ ਜਿਉਂਦੇ ਜੀ ਮਾਤਾ ਪਿਤਾ ਦਾ ਦਰਸ਼ਨ ਕਰਨਾ ਚਾਹੁੰਦੀ ਹਾਂ। ਫਾਤਮਾ: ਕੀ ਪੰਜਾਬ ਜਾਣੇ ਦਾ ਸੰਕਲਪ ਹੈ। ਸਤਵੰਤ ਕੌਰ: ਜੀ ਹਾਂ। ਫਾਤਮਾ: ਇਹ ਬੜੀ ਕਠਿਨ ਗੱਲ ਹੈ। ਤੀਵੀਂ ਜਾਤ ਕੋਈ ਸਾਥੀ ਨਹੀਂ, ਫਿਰ ਪਾਤਸ਼ਾਹ ਦਾ ਡਰ ਪਹੁੰਚਣਾ ਬੜਾ ਕਠਿਨ ਹੈ। ਸਤਵੰਤ ਕੌਰ: ਇਹ ਮੈਂ ਵੀ ਜਾਣਦੀ ਹਾਂ, ਪਰ ਕੀ ਕਰਾਂ, ਮੇਰਾ ਦਿਲ ਹਾਰ ਨਹੀਂ ਦਿੰਦਾ। ਇਹੋ ਕਹਿੰਦਾ ਹੈ ਕਿ ਸਿੱਖ ਦੀ ਧੀ ਅੱਗੇ ਬਿਪਤਾ ਝਾਗਣੀ ਕੋਈ ਬੜੀ ਗੱਲ ਨਹੀਂ। ਫਾਤਮਾ: ਬੀਬੀ ਤੁਹਾਡਾ ਹੌਸਲਾ ਹੈ ਕਿ ਕਹਿਰ ਹੈ। ਜਦ ਕਦੀ ਸਾਡਾ ਪਾਤਸ਼ਾਹ ਹਿੰਦੁਸਤਾਨ ਲੁੱਟ ਕੇ ਆਉਂਦਾ ਸੀ, ਤਦੋਂ ਆਏ ਲੋਕਾਂ ਤੋਂ ਸਿੱਖਾਂ ਦੀਆਂ ਗੱਲਾਂ ਸੁਣੀਂਦੀਆਂ ਸਨ ਤੇ ਹੈਰਾਨ ਹੋਈਦਾ ਸੀ ਕਿ ਐਡੇ ਕਰੜੇ ਜਿਗਰੇ ਦੇ ਆਦਮੀ ਕਿੱਥੋਂ ਉਪਜ ਪਏ ਹਨ। ਕਈ ਅਚਰਜ ਬਾਤਾਂ ਲੋਕੀ ਕਰਨ, ਪਰ ਅਸੀਂ ਹੱਸ ਛੱਡਣਾ ਕਿ ਐਵੇਂ ਕਹਾਣੀਆਂ ਕਰਦੇ ਹਨ। ਪਰ ਹੁਣ ਤਾਂ ਤੁਹਾਨੂੰ ਦੇਖ ਕੇ ਨਿਸ਼ਚਾ ਹੋ ਗਿਆ ਹੈ ਕਿ ਸਿੱਖ ਸੱਚਮੁੱਚ ਅਚਰਜ ਬਹਾਦਰ, ਹਠੀ ਤੇ ਧਰਮੀ ਹਨ। ਸਤਵੰਤ ਕੌਰ: ਬੀਬੀ ਕੀ ਦੱਸਾਂ, ਨਾ ਸਾਡੇ ਪਾਸ ਰਾਜ, ਨਾ ਕਿਲਾ, ਨਾ ਦੇਸ਼, ਨਾ ਖਜ਼ਾਨੇ। ਇੱਕ ਰੱਬ ਦੀ ਆਸ ਜਿਸ ਪੁਰ ਸਾਰਾ ਪੰਥ ਜਾਨਾਂ ਪਰ ਖੇਡਦਾ ਹੈ ਅਰ ਵੈਰੀਆਂ ਦੇ ਮੂੰਹੋਂ ਸ਼ਾਬਾਸ਼ ਦੇ ਧੰਨ ਧੰਨ ਕਰਾਉਂਦਾ ਹੈ। ਫਾਤਮਾ: ਸੱਚ ਹੈ, ਮੈਂ ਪ੍ਰਤੱਖ ਦੇਖ ਲਿਆ ਹੈ। ਇੰਨੇ ਨੂੰ ਕੁਝ ਰਸਲ ਜਿਹੀ ਆਵਾਜ਼ ਆਈ। ਫਾਤਮਾ ਤਾਂ ਚਲੀ ਗਈ ਤੇ ਸਤਵੰਤ ਕੌਰ ਨੇ ਦਿਨ ਹੋਣ ਤੋਂ ਪਹਿਲੋਂ ਹੀ ਮਰਦਾਵੇਂ ਕੱਪੜੇ ਪਾ ਕੇ, ਪਠਾਣੀ ਸ਼ਕਲ ਬਣਾ ਕੇ
ਸੁਰੰਗ ਦੇ ਰਸਤੇ ਜੰਗਲ ਦਾ ਰਸਤਾ ਫੜਿਆ। 10ਵਾਂ ਕਾਂਡ। ਕਾਬਲ ਸ਼ਹਿਰ ਤੋਂ ਥੋੜ੍ਹੀ ਦੂਰ ਕੋਈ 3 ਕੁ ਘੜੀ ਦਿਨ ਚੜ੍ਹੇ ਇੱਕ ਰੁੱਖ ਹੇਠ 2 ਜਵਾਨ ਜੋ ਲਾਲ ਪੱਗ ਤੋਂ ਹਿੰਦੂ ਜਾਪਦੇ ਹਨ ਬੈਠੇ ਗੱਲਾਂ ਕਰ ਰਹੇ ਹਨ। ਪਹਿਲਾ, ਫੇਰ ਮੈਂ ਕੀ ਕਰਾਂ? ਦੂਜਾ, ਭਰਾ ਜੀ ਮੈਂ ਕੀ ਦੱਸਾਂ? ਪਹਿਲਾ, ਮੰਗਵੀ ਹੀ ਚਾਹ ਦਿਓ। ਦੂਜਾ, ਔਖੀ ਗੱਲ। ਪਹਿਲਾ, ਮੈਂ ਫੇਰ ਅੰਨ ਕਿੱਕਰ ਅੰਗੀਕਾਰ ਕਰਾਂ? ਦੂਜਾ, ਇਸ ਗੱਲ ਦਾ ਫਿਕਰ ਮੈਨੂੰ ਵੀ ਹੈ ਪਰ ਤੁਸੀਂ ਰੋਜ਼ ਆ ਜਾਇਆ ਕਰੋ। ਪਹਿਲਾ, ਐਡੀ ਦੂਰੋਂ ਆ ਨਹੀਂ ਹੁੰਦਾ, ਜੇ ਤੁਸੀਂ 5 ਦਿਨ ਵਾਸਤੇ ਹੋਰ ਦੇ ਦਿਓ ਤਦ ਮੈਂ ਰਾਤ ਦਿਨ ਲਾ ਕੇ ਕੰਠ ਕਰ ਲਵਾਂ। ਦੂਜਾ, ਮੈਂ ਬਥੇਰਾ ਪਿਤਾ ਨੂੰ ਕਿਹਾ ਹੈ, ਉਹ ਨਹੀਂ ਮੰਨਦੇ। ਪਹਿਲਾ, ਮੈਨੂੰ ਚੋਰੀ ਕੱਢ ਦਿਓ। ਦੂਜਾ, ਚੋਰੀ ਕੀਕਰ ਕੱਢ ਦਿਆਂ, ਲੋਹੇ ਦੇ ਸੰਦੂਖਾਂ ਦੇ ਜੰਦਰੇ ਕੌਣ ਤੋੜ ਸਕੇ? ਪਹਿਲਾ, ਅੱਛਾ ਮੇਰੇ ਭਰਾ, ਜੇ ਤੁਹਾਡੇ ਵਿੱਚ ਹਿੰਮਤ ਨਹੀਂ ਸੀ ਤਾਂ ਮੈਨੂੰ ਚਾਟ ਹੀ ਕਿਉਂ ਲਾਈ? ਦੂਜਾ, ਮਾੜਾ ਤਾਂ ਨਹੀਂ ਕੀਤਾ, ਭਲਾ ਹੀ ਹੈ ਨਾ। ਪਹਿਲਾ, ਹਾਂ ਕਿਸੇ ਨੂੰ ਅਫੀਮ ਖਵਾਣੀ ਸਿਖਾਲ ਕੇ ਫਿਰ ਡਿੱਬੀ ਲੁਕਾ ਲੈਣੀ ਕਿਹੀ ਭਲਾਈ ਹੈ। ਦੂਜਾ, ਤੂੰ ਦੱਸ ਮੇਰੇ ਕੀ ਵਸ ਹੈ? ਪਹਿਲਾ, ਠੀਕ ਹੈ ਪਰ ਅਮਲੀ ਵੀ ਕੀ ਕਰੇ? ਦੂਜਾ, ਕੀ ਦੱਸਾਂ ਕੁਝ ਵਾਹ ਨਹੀਂ ਚਲਦੀ। ਪਹਿਲਾ, ਅੱਛਾ ਤੁਸੀਂ 4 ਦਿਨ ਮੇਰੇ ਕੋਲ ਚੱਲ ਰਹੋ। ਦੂਜਾ, ਇਹ ਪਿਤਾ ਜੀ ਨਹੀਂ ਮੰਨਦੇ, ਉਹ ਡਰਦੇ ਹਨ। ਰਾਤੀ ਕਹਿੰਦੇ ਸਨ ਕਿ ਪੰਜਾਬ ਵਿੱਚੋਂ ਸਿੱਖਾਂ ਦੇ ਰਾਮ ਰੌਲੇ ਦੀ ਖਬਰ ਆਈ ਹੈ ਅਰ ਅਮੀਰ ਬੜਾ ਤਪ ਰਿਹਾ ਹੈ। ਆਸ ਤਾਂ ਨਹੀਂ ਪਰ ਖਬਰੇ ਇੱਥੋਂ ਦੇ ਸਿੱਖਾਂ ਪਰ ਵੀ ਕੁਝ ਕਹਿਰ ਉਤਰ ਪਵੇ, ਇਸ ਕਰਕੇ ਲੁਕ ਕੇ ਗੁਜ਼ਾਰਾ ਕਰਨਾ ਚਾਹੀਏ। ਪਹਿਲਾ, ਅੱਛਾ ਫੇਰ ਭੁੱਖ ਹੋਠੇ ਪ੍ਰਾਣ ਦੇ ਛੱਡਾਂਗੇ। ਇਹਨਾਂ ਦੀਆਂ ਗੱਲਾਂ ਇੱਕ ਨੱਢਾ ਸੁਣ ਰਿਹਾ ਸੀ। ਉਹ ਹੱਥ ਜੋੜ ਕੇ ਅੱਗੇ ਆ ਖਲੋਤਾ ਅਰ ਬੋਲਿਆ ਕਿ ਮੈਂ ਅਣਬੁਲਾਇਆ ਬੋਲਦਾ ਹਾਂ ਪਰ ਤੁਹਾਡੇ ਲਾਭ ਲਈ। ਤੁਸੀਂ 5 ਗ੍ਰੰਥੀ ਪੋਥੀ ਮੰਗਦੇ ਹੋ, ਤੁਹਾਨੂੰ ਪਾਠ ਦਾ ਰਸ ਪੈ ਗਿਆ ਹੈ ਤੇ ਇਹ ਦੇ ਨਹੀਂ ਸਕਦੇ। ਤੁਸਾਂ ਇੱਕ ਭੁੱਲ ਕੀਤੀ ਹੈ, ਜੇ ਕਦੀ ਜਪਜੀ ਕੰਠ ਕਰ ਲੈਂਦੇ ਤਾਂ ਵੀ ਪਾਠ ਦੀ ਬਹਾਰ ਲੱਗੀ ਰਹਿੰਦੀ। ਹੁਣ ਜੇ ਤੁਸੀਂ ਮੇਰੀ ਗੱਲ ਪ੍ਰਵਾਨ ਕਰੋ ਤਾਂ ਮੈਂ ਤੁਹਾਡੀ ਸੇਵਾ ਕਰ ਸਕਦਾ ਹਾਂ। ਕਾਗਦ ਕਲਮ ਦਵਾਤ ਲਿਆ ਦਿਓ ਤਾਂ ਮੈਂ ਤੁਹਾਨੂੰ ਹੱਥੀਂ ਲਿਖ ਦਿਆਂਗਾ। ਜਪਜੀ ਸਾਹਿਬ, ਹਜ਼ਾਰੇ ਦੇ ਸ਼ਬਦ, ਰਹਿਰਾਸ, ਸੋਹਿਲਾ, ਸੁਖਮਨੀ ਤੇ ਆਸਾ ਦੀ ਵਾਰਤਾ ਮੇਰੇ ਕੰਠ ਹਨ। ਬਾਕੀ ਬਾਣੀਆਂ ਨਹੀਂ। ਜੋ ਇੰਨੀਆਂ ਬਾਣੀਆਂ ਚਾਹੋ ਤਦ ਮੈਂ ਤੁਹਾਨੂੰ ਪੋਥੀ ਲਿਖ ਕੇ ਦੇ ਸਕਦਾ ਹਾਂ। ਇਹ ਖੁਸ਼ੀ ਦੀ ਖਬਰ ਸੁਣ ਕੇ ਦੋਹਾਂ ਨੇ ਚਰਨ ਫੜ ਲਏ ਅਰ ਚਾਉ ਨਾਲ ਬਹਿਬਲ ਹੋ ਕੇ ਬੋਲੇ, ਧੰਨ ਜਨਮ, ਧੰਨ ਜਨਮ। ਕੋਈ ਸ਼ਹੀਦ ਸਿੰਘ ਆ ਬੋਹੜੇ, ਧੰਨ ਜਨਮ, ਧੰਨ ਜਨਮ। ਵਾਰਨੇ ਥੀ ਵੰਗਾ, ਕੁਰਬਾਨ ਥੀ ਵੰਗਾ। ਨੱਡਾ, ਮੇਰੇ ਪੈਰ ਨਾ ਫੜੋ, ਮੈਂ ਸ਼ਹੀਦ ਨਹੀਂ, ਤੁਹਾਡਾ ਹੀ ਸਿੱਖ ਭਰਾ, ਸਾਧ ਸੰਗਤ ਦਾ ਸੇਵਕ ਹਾਂ। ਪਹਿਲੇ ਮਨੁੱਖ ਦਾ ਨਾਉ ਤੋਤਾ ਰਾਮ ਸੀ ਅਰ ਸਿੰਘ ਸੱਜਣ ਨੂੰ ਤਿਆਰ ਸੀ ਤੇ ਦੂਜੇ ਦਾ ਨਾਉ ਮੰਗਲ ਸਿੰਘ ਸੀ, ਜਿਸ ਦੇ ਉਪਦੇਸ਼ ਕਰਕੇ ਪਹਿਲਾ ਤਿਆਰ ਹੋਇਆ ਸੀ। ਤੋਤੇ ਨੂੰ ਇਸਨੇ 5 ਗ੍ਰੰਥੀ ਦਿੱਤੀ ਸੀ ਜੋ ਉਸ ਸਮੇਂ ਬੜੀ ਅਮੋਲਕ ਹੋਣ ਕਰਕੇ ਮੰਗਲ ਸਿੰਘ ਦੇ ਪਿਤਾ ਨੇ ਮੋੜ ਲਈ ਅਰ ਫੇਰ ਨਾ ਦਿੱਤੀ। ਇਸੇ ਗੱਲੇ ਤੋਤਾ ਰਾਮ ਉਦਾਸ ਹੋ ਰਿਹਾ ਸੀ ਕਿ ਪਰਮੇਸ਼ਰ ਨੇ ਉਸਦੀ ਸੁਣ ਲਈ ਅਰ ਉਸਦੇ ਪਾਸ ਇਹ ਸਿੱਖ ਲਿਖਾਰੀ ਘੱਲ ਦਿੱਤਾ। ਉਹ ਸਲਾਹ ਇਹ ਹੋਈ, ਇਹ ਤੋਤਾ ਰਾਮ ਉਸ ਨੱਡੇ ਨੂੰ ਨਾਲ ਆਪਣੇ ਪਿੰਡ ਲੈ ਜਾਵੇ ਅਰ ਆਪਣੇ ਘਰ ਰੱਖੇ। ਪਰ ਉਹਨਾਂ ਨੇ ਡਿੱਠਾ ਕਿ ਬਾਲਕੇ ਦੇ ਸਿਰ ਤੇ ਪੱਗ ਚਿੱਟੀ ਹੈ, ਸੋ ਮੰਗਲ ਸਿੰਘ ਨੇ ਆਪਣੀ ਪੱਗ ਨਾਲੋਂ 2 ਗਜ ਕੱਪੜਾ ਪਾੜ ਦਿੱਤਾ ਕਿ ਆਪਣੇ ਸਿਰ ਤੇ ਵਲੇਟ ਲਵੇ। ਕਾਰਨ ਇਹ ਸੀ ਕਿ ਕਾਬਲ ਵਿੱਚ ਤਰੀਕਾ ਸੀ ਕਿ ਜੋ ਮੁਸਲਮਾਨ ਨਹੀਂ ਲਾਲ ਪੱਗ ਰੱਖੇ ਤਾਂ ਜੋ ਪਛਾਣਿਆ ਜਾਵੇ। ਗੱਲ ਕੀ ਦੋਵੇਂ ਮਿੱਤਰ ਵਿਦਾ ਹੋਏ ਅਰ ਤੋਤਾ ਰਾਮ ਤੇ ਲਿਖਾਰੀ ਨੱਡਾ ਪਿੰਡ ਚਲੇ ਗਏ। ਉੱਥੇ ਜਾ ਕੇ ਉਸਨੇ ਆਪਣੇ ਘਰ ਵਿੱਚ ਇੱਕ ਨਵੇਕਲਾ ਕੋਠਾ ਦੇ ਦਿੱਤਾ, ਕਲਮ ਦੁਆਤ ਕਾਗਜ਼ ਵੀ ਮੰਗਾ ਦਿੱਤਾ। ਇਸ ਸਿੱਖ ਗੱਭਰੂ ਨੇ ਜਪਜੀ ਤਾਂ 3 ਦਿਨਾਂ ਵਿੱਚ ਹੀ ਲਿਖ ਲਈ। ਮੋਤੀਆਂ ਵਰਗੇ ਅੱਖਰ ਦੇਖ ਕੇ ਤੋਤਾ ਰਾਮ ਬਾਗ ਹੋ ਗਿਆ। ਉਸਨੂੰ ਆਪ ਮੁਹਾਰਾ ਪਿਆਰ ਆਵੇ ਤੇ ਵਧੀਕ ਤੋਂ ਵਧੀਕ ਆਦਰ ਭਾ ਕਰੇ। ਮਹੀਨਾ ਕੁ ਲੱਗ ਕੇ ਸਾਰੀ ਬਾਣੀ ਲਿਖੀ ਗਈ ਅਰ ਪੋਥੀ ਤਿਆਰ ਹੋ ਗਈ। ਤੋਤਾ ਰਾਮ ਦੀ ਚਾਹ ਪੂਰੀ ਹੋ ਗਈ, ਬਾਣੀ ਦਾ ਆਨੰਦ ਆ ਗਿਆ ਅਰ ਨਿਤਨੇਮ ਦਾ ਨਿਰਵਾਹ ਹੋਣ ਲੱਗਾ। ਕੁਝ ਚਿਰ ਪਾ ਕੇ ਚੋਰੀ ਅੰਮ੍ਰਿਤ ਛਕ ਕੇ ਤੋਤਾ ਰਾਮ ਸਿੰਘ ਸਜ ਗਿਆ।
ਹੁਣ ਉਸ ਬਾਲਕ ਦੀ ਖਾਤਰ ਦਿਨੋਂ ਦਿਨ ਵਧਣ ਲੱਗੀ, ਕਿਉਂਕਿ ਪੋਥੀਆਂ ਦੀ ਲੋੜ ਹਰ ਕਿਸੇ ਨੂੰ ਸੀ, ਪਰ ਲੱਭਦੀ ਬੜੀ ਔਖੀ ਸੀ। ਕਾਬਲ ਵਿੱਚ ਕਈ ਵੇਰ 5 ਗ੍ਰੰਥੀ 500 ਨੂੰ ਹੱਥ ਨਹੀਂ ਸੀ ਆਉਂਦੀ, ਪਰ ਇਸ ਭੁਜੰਗੀ ਨੇ ਬਿਨਾਂ ਪੈਸੇ ਲੀਤੇ ਤੇ ਕੇਵਲ ਅੰਨ ਬਸਤਰ ਦਾ ਗੁਜ਼ਾਰਾ ਤੋਰ ਕੇ ਕਈ ਪੋਥੀਆਂ ਲਿਖ ਦਿੱਤੀਆਂ। ਇਸ ਕਰਕੇ ਹੌਲੇ-ਹੌਲੇ ਸਾਰੇ ਸਿੰਘਾਂ ਵਿੱਚ ਇਸ ਦਾ ਜਸ ਫੈਲ ਗਿਆ, ਜਿਸ ਦਾ ਨਾਮ ਜਸਵੰਤ ਸਿੰਘ ਸੀ। ਜਸਵੰਤ ਸਿੰਘ ਦੀ ਚੰਗੀ ਆਗਤ ਭਾਗਤ ਹੋਣ ਲੱਗ ਪਈ। ਇੱਕ ਦਿਨ ਇੱਕ ਸ਼ਾਹੂਕਾਰ ਦਾ ਪਿਤਾ ਬਿਮਾਰ ਸੀ। ਉਸਨੇ ਪੁੱਤ ਨੂੰ ਕਿਹਾ, ਕੋਈ ਐਸਾ ਸਿੱਖ ਲਿਆ ਜੋ ਸੁਖਮਣੀ ਦਾ ਪਾਠ ਸੁਣਾਵੇ। ਭਾਗਾਂ ਨੂੰ ਜਸਵੰਤ ਸਿੰਘ ਉੱਥੇ ਸੀ, ਉਸ ਨੂੰ ਲੈ ਗਏ। ਜਸਵੰਤ ਸਿੰਘ ਨੇ ਐਸੀ ਮਧੁਰ ਸੁਰ ਨਾਲ ਪਾਠ ਕੀਤਾ ਕਿ ਉਸ ਦਾ ਤਨ ਮਨ ਠਰ ਗਿਆ। ਉਸੇ ਦਿਨ ਉਸਨੂੰ ਕੁਝ ਫਰਕ ਵੀ ਪੈ ਗਿਆ ਅਰ ਕੁਝ ਦਿਨਾਂ ਮਗਰੋਂ ਰਾਜੀ ਵੀ ਹੋ ਗਿਆ। ਜਸਵੰਤ ਸਿੰਘ ਉਸ ਬਿਰਧ ਨੂੰ ਐਸਾ ਪਿਆਰਾ ਲੱਗਾ ਕਿ ਉਸਨੇ ਇਸ ਨੂੰ ਘਰ ਆਪਣੇ ਪਾਸ ਰੱਖ ਲਿਆ। ਜਸਵੰਤ ਸਿੰਘ ਸੁਖਮਨੀ ਦਾ ਰੋਜ਼ ਪਾਠ ਕਰਿਆ ਕਰੇ ਤੇ ਬਿਰਧ ਸੁਣਿਆ ਕਰੇ। ਇੱਕ ਦਿਨ ਬੁੱਢਾ ਕਹਿਣ ਲੱਗਾ ਕਿ ਆਪ ਨੂੰ ਕੋਈ ਲਾਲਚ ਨਹੀਂ ਹੈ, ਕੋਈ ਇੱਛਾ ਨਹੀਂ ਹੈ। ਮੈਂ ਆਪ ਦੀ ਕੀ ਸੇਵਾ ਕਰ ਸਕਦਾ ਹਾਂ, ਪਰ ਫਿਰ ਵੀ ਜੀ ਕਰਦਾ ਹੈ ਕਿ ਕੁਝ ਸੇਵਾ ਮੈਨੂੰ ਦੱਸੋ ਜ਼ਰੂਰ। ਜਸਵੰਤ ਸਿੰਘ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕੋਈ ਇੱਛਾ ਨਹੀਂ, ਇੱਕ ਹੈ ਸੋ ਪੂਰੀ ਨਹੀਂ ਹੋ ਸਕਦੀ। ਬਿਰਧ, ਨਹੀਂ, ਜ਼ਰੂਰ ਦੱਸੋ। ਜਸਵੰਤ ਸਿੰਘ, ਕੀ ਦੱਸਾਂ, ਦੱਸ ਕੇ ਗਵਾਉਣੀ ਆ। ਬਿਰਧ, ਨਹੀਂ ਨਹੀਂ, ਜ਼ਰੂਰ ਦੱਸੋ। ਜਸਵੰਤ ਸਿੰਘ, ਮੇਰਾ ਜੀ ਇੱਕ ਵੇਰ ਪੰਜਾਬ ਜਾਣੇ ਨੂੰ ਕਰਦਾ ਹੈ। ਬਿਰਧ, ਇਹ ਕੀ ਅਨਹੋਣੀ ਗੱਲ ਹੈ। ਜਦ ਕੋਈ ਕਾਫਲਾ ਜਾਵੇਗਾ ਤੁਹਾਨੂੰ ਨਾਲ ਤੋਰ ਦਿਆਂਗੇ, ਚਲੇ ਜਾਣਾ। ਸ਼੍ਰੀ ਅੰਮ੍ਰਿਤਸਰ ਜੀ ਦਾ ਦਰਸ਼ਨ ਕਰਕੇ ਆਨੰਦ ਲੈ ਕੇ ਜਦ ਕਾਫਲਾ ਮੁੜੇ, ਮੁੜ ਆਉਣਾ। ਜਸਵੰਤ ਸਿੰਘ, ਮੁੜ ਆਵਨੇ ਦਾ ਮੇਰਾ ਸੰਕਲਪ ਨਹੀਂ। ਬਿਰਧ, ਤੇ ਮੇਰਾ ਜੀਵਨ ਤੁਹਾਡੇ ਆਸਰੇ ਹੋ ਗਿਆ ਹੈ, ਤੁਸੀਂ ਗਏ ਤਾਂ ਮੈਂ ਕੀ ਕਰਸਾਂ। ਜਸਵੰਤ ਸਿੰਘ, ਮੇਰਾ ਮੂੰਹ ਛੋਟਾ, ਗੱਲ ਵੱਡੀ ਹੈ, ਪਰ ਕਹੇ ਬਿਨਾਂ ਰਿਹਾ ਨਹੀਂ ਜਾਂਦਾ। ਆਪ ਨੇ ਉਮਰ ਭੋਗ ਲਈ, ਸਭ ਆਨੰਦ ਲੈ ਲਏ, ਪੁੱਤਰ ਸਿਆਣੇ ਹੋ ਗਏ, ਵਿਹਾਰ ਸਾਂਭ ਬੈਠੇ ਹਨ, ਕਿਉਂ ਨਾ ਹੁਣ ਇਹਨਾਂ ਨੂੰ ਛੱਡ ਦਿਓ ਤੇ ਸ਼੍ਰੀ ਅੰਮ੍ਰਿਤਸਰ ਜੀ ਹੀ ਚੱਲ ਬੈਠੋ ਅਰ ਆਪਣਾ ਅੰਤ ਸਵਾਰ ਲਵੋ। ਬਿਰਧ, ਬਰਖੁਰਦਾਰ, ਕਹਿੰਦੇ ਤਾਂ ਸੱਚ ਹੋ, ਪਰ ਮੈਂ ਟੱਬਰ ਵਿੱਚ ਬੁਹਾਰੀ ਦਾ ਬਣ ਬੈਠਾ ਹਾਂ। ਜਸਵੰਤ ਸਿੰਘ, ਸੱਚ ਹੈ, ਪਰ ਇੱਕ ਦਿਨ ਬੁਹਾਰੀ ਦੇ ਬੰਨ ਨੇ ਟੁੱਟਣਾ ਹੀ ਹੈ, 4 ਦਿਨ ਪਹਿਲੋਂ ਸਹੀ। ਬਿਰਧ, ਦਿਲ ਤਾਂ ਚਿਰੋਕਣਾ ਕਰਦਾ ਹੈ, ਪਰ ਇਹੋ ਬਾਲ ਬੱਚੇ ਦੀ ਮਮਤਾ ਕਰਕੇ ਅਟਕ ਜਾਈਦਾ ਹੈ ਤੇ ਜਦ ਸੋਚੀਦਾ ਹੈ ਕਿ ਅੰਤ ਸਭ ਨੂੰ ਛੱਡਣਾ ਹੈ, ਤਦ ਫਿਰ ਜੀ ਕਰ ਆਉਂਦਾ ਹੈ, ਇਕਰ ਜੱਕੋ ਤੱਕੇ ਵਿੱਚ ਹੀ ਰਹੀਦਾ ਹੈ। ਜਸਵੰਤ ਸਿੰਘ, ਜੱਕੋ ਤੱਕੇ ਛੱਡਣੇ ਚਾਹੀਦੇ ਹਨ। ਬਿਰਧ, ਅੱਛਾ, ਅੱਜ ਗੱਲ ਟੱਬਰ ਵਿੱਚ ਕਰਸਾਂ। ਉਸ ਦਿਨ ਟੱਬਰ ਵਿੱਚ ਗੱਲ ਤੁਰੀ, ਭਲਾ ਕੌਣ ਮੰਨੇ। ਛੋਟੇ ਵੱਡੇ, ਮੁੰਡੇ ਕੁੜੀਆਂ ਸਾਰੇ ਰੋਣ ਲੱਗ ਪਏ। ਅਸਾਂ ਤਾਂ ਵੱਡੇ ਬਾਪੂ ਜੀ ਨੂੰ ਨਹੀਂ ਜਾਣ ਦੇਣਾ। ਤਾਂ ਬਾਪੂ ਹੁਰੀ ਕੁਝ ਹੱਠ ਵਿੱਚ ਹੋ ਗਏ। ਗੱਲ ਕੀ ਇਸ ਤਰ੍ਹਾਂ ਕਈ ਦਿਨ ਛੇੜਖਾਨੀ ਚਲਦੀ ਰਹੀ। ਇੱਕ ਦਿਨ ਬਿਰਧ ਨੂੰ ਢਿੱਡ ਵਿੱਚ ਐਸਾ ਸੂਲ ਉੱਠਿਆ ਕਿ ਠੱਲਿਆ ਨਾ ਜਾਵੇ, ਵਿਆਕੁਲ ਹੋ ਗਿਆ। ਇਲਾਜ ਮਾਲਜੇ ਕੀਤੇ, ਪੀੜ ਹਟੀ, ਪਰ ਇਹ ਸੰਕਲਪ ਪੱਕਾ ਹੋ ਗਿਆ ਕਿ ਇੱਕ ਵੇਰ ਜ਼ਰੂਰ ਅੰਮ੍ਰਿਤਸਰ ਚੱਲਣਾ ਹੈ, ਕਿਉਂਕਿ ਇਸ ਪੀੜ ਨੇ ਮੌਤ ਦੀ ਦਿਖਾ ਦਿੱਤੀ ਹੈ ਤੇ ਦੱਸ ਦਿੱਤਾ ਹੈ ਕਿ ਸਰੀਰਾਂ ਦਾ ਕੋਈ ਭਰੋਸਾ ਨਹੀਂ ਹੈ। ਜੋ ਸ਼ੁਭ ਕੰਮ ਕਰਨਾ ਹੈ ਛੇਤੀ ਕਰ ਲੈਣਾ ਚਾਹੀਏ। ਟੱਬਰ ਨੇ ਵੀ ਇਹ ਗੱਲ ਮੰਨ ਲਈ, ਪਰ ਤਾਂ ਜੇ ਬਾਪੂ ਹੁਰੀ ਜਾ ਕੇ ਉੱਥੇ ਰਹਿ ਨਾ ਪੈਣ, ਮੁੜ ਆਉਣ। ਬਿਰਧ ਨੇ ਜਸਵੰਤ ਸਿੰਘ ਨੂੰ ਇਹ ਗੱਲ ਦੱਸ ਦਿੱਤੀ ਕਿ ਮੈਂ ਉੱਥੇ ਜਾ ਕੇ ਨਾ ਮੁੜਾਂਗਾ। ਇਹ ਗੱਲ ਸੁਣ ਕੇ ਜਸਵੰਤ ਸਿੰਘ ਨੇ ਕਿਹਾ ਕਿ ਮੈਨੂੰ ਇਹ ਗੱਲ ਨਹੀਂ ਭਾਉਂਦੀ ਕਿ ਲਾਰਾ ਲਾਓ। ਭਾਵੇਂ ਆਪ ਦਾ ਸੰਕਲਪ ਸ਼ੁਭ ਹੈ ਤੇ ਇਸ ਕੂੜ ਵਿੱਚ ਸਵਾਰਥ ਦੀ ਕੋਈ ਲੈਸ ਜਿੰਨੀ ਵੀ ਨਹੀਂ, ਪਰ ਤਦ ਵੀ ਸੱਚ ਸੱਚ ਤੇ ਨਾ ਸੱਚ ਕੂੜ ਹੀ ਹੈ। ਇਸ ਲਈ ਟੱਬਰ ਨਾਲ ਸੱਚਾ ਬਚਨ ਕਰੋ। ਬਿਰਧ, ਇਹਨਾਂ ਤਾਂ ਐਵੇਂ ਜਾਣੇ ਨਹੀਂ ਦੇਣਾ। ਜਸਵੰਤ ਸਿੰਘ, ਫਿਰ ਤੁਸਾਂ ਮੁੜ ਆਉਣਾ, 2-4 ਮਹੀਨੇ ਉੱਥੇ ਲਾ ਆਉਣੇ। ਬਿਰਧ, ਕੀ ਤੁਸੀਂ ਨਾਲ ਆਓਗੇ। ਜਸਵੰਤ ਸਿੰਘ, ਮੈਂ ਮੁੜ ਆਉਣ ਦਾ ਭਰੋਸਾ ਨਹੀਂ ਦਿੰਦਾ, ਪਰ ਜੇ ਤੁਹਾਨੂੰ ਉੱਥੇ ਪਹੁੰਚ ਕੇ ਮੇਰੇ ਉੱਥੇ ਹੀ ਰਹਿਣ ਨਾਲ ਤੁਹਾਡੇ ਨਾਲ ਮੁੜ ਆਉਣਾ ਚੰਗਾ ਭਾਸੇ, ਤਦ ਮੈਂ ਵੀ ਆਵਾਂਗਾ। ਪਰ ਜੇ ਤੁਸਾਂ ਹੀ ਉੱਥੇ ਜਾ ਕੇ ਕਿਹਾ ਭਾਈ ਸੱਜਣਾ ਤੂੰ ਪੰਜਾਬ ਵਿੱਚ ਹੀ ਰਹਿ, ਤਦ ਤਾਂ ਤੁਹਾਡੇ ਨਾਲ ਨਾ ਮੁੜਨ ਵਿੱਚ ਮੇਰਾ ਕੋਈ ਦੋਸ਼ ਨਾ ਹੋ। 11ਵਾਂ ਕਾਂਡ।
ਉਧਰ ਬੀਬੀ ਫਾਤਮਾ ਜਿਸ ਵੇਲੇ ਘਰ ਦੇ ਧੰਦਿਓਂ ਵਿਹਲੀ ਹੋਈ ਅਰ ਸਤਵੰਤ ਕੌਰ ਵੱਲ ਗਈ ਤਦ ਅੰਦਰ ਖਾਲੀ ਪਾਇਆ। ਪੰਖੀ ਉੱਡ ਗਿਆ ਪਿੰਜਰਾ ਖਾਲੀ, ਪੰਖੀ ਉੱਡ ਗਿਆ ਪਿੰਜਰਾ ਸਖਣਾ ਕੀ ਕਰਦੀ। ਪਹਿਲੇ ਤਾਂ ਕੁਝ ਸ਼ੱਕ ਰਿਹਾ, ਪਰ ਜਦ ਮਰਦਾਵੇਂ ਕੱਪੜੇ ਨਾ ਡਿੱਠੇ ਤਾਂ ਦਿਲ ਨੂੰ ਘਾਟ ਪਈ। ਅੱਖਾਂ ਅੱਗੇ ਹਨੇਰਾ ਆ ਗਿਆ, ਹੋਸ਼ ਧੂਏ ਵਾਂਗ ਉੱਡ ਖਲੋਤੀ ਅਰ ਦਿਮਾਗ ਨੂੰ ਚੱਕਰ ਦੇ ਕੇ ਧੜਾਕ ਕਰਕੇ ਡਿੱਗਿਆ। ਡਿੱਗੀ ਪਈ ਰਹੀ, ਕਿੰਨਾ ਚਿਰ ਲੰਘ ਗਿਆ। ਬੇਹੋਸ਼ ਤਾਂ ਨਹੀਂ ਹੋਈ, ਪਰ ਸਰੀਰ ਢਿੱਲਾ ਐਸਾ ਹੋਇਆ ਕਿ ਉੱਠਣੀ ਦੀ ਅਸੰਗ ਨਾ ਰਹੀ। ਕਿੰਨੇ ਚਿਰ ਪਿੱਛੋਂ ਉੱਠੀ, ਪਰ ਲੱਤਾਂ ਥਿੜਕਣ, ਫੇਰ ਸਾਹਸੀਨ ਹੋ ਕੇ ਬੈਠ ਗਈ। ਈਕਰ ਕਿੰਨੇ ਚਿਰ ਮਗਰੋਂ ਉੱਠੀ, ਬਾਹਰ ਗਈ, ਜਾ ਕੇ ਅੰਗੂਰਾਂ ਦਾ ਰਸ ਪੀਤਾ। ਜਰਾ ਕੁ ਢਾਰਸ ਹੋਈ, ਸਰੀਰ ਖਲੋਤਾ, ਪਰ ਦਿਲ ਦੀ ਖੁੱਸਣ ਨੂੰ ਕੌਣ ਹਟਾਵੇ। ਫੇਰ ਅੰਦਰ ਗਈ, ਦੀਵਾ ਜਗਾ ਕੇ ਸਾਰੀ ਸੁਰੰਗ ਦੇਖੀ, ਖੋਲ ਕੇ ਬਾਹਰ ਗਈ। ਸੱਜਰੀ ਮਿੱਟੀ ਡੱਠੀ ਦੇਖ ਕੇ ਪੱਕਾ ਨਿਸ਼ਚਾ ਹੋ ਗਿਆ ਕਿ ਸੋਨੇ ਦੀ ਚਿੜੀ ਉੱਡ ਗਈ। ਨਿਰਾਸ਼ ਹੋ ਕੇ ਆਪਣੇ ਅੰਦਰ ਆ ਬੈਠੀ ਤੇ ਗਿਣਤੀਆਂ ਗਿਣਨ ਲੱਗੀ। ਪੁੱਤਰ ਬੁਲਾਵੇ ਇਸ ਨੂੰ ਮੂਲੋਂ ਨਾ ਭਾਵੇ, ਗੋਲੀਆਂ ਬਾਂਦੀਆਂ ਕੰਮ ਪੁੱਛਣ ਇਸ ਨੂੰ ਮੂੰਹੋਂ ਗੱਲ ਨਾ ਆਵੇ। ਆਪਣੀ ਵੱਲੋਂ ਬਥੇਰਾ ਹੌਸਲਾ ਕਰੇ, ਪਰ ਦਿਲ ਨੂੰ ਐਸੀ ਧਰੀਕ ਪਵੇ ਜੋ ਕਿਸੇ ਬਿਧ ਨਾ ਠੱਲੀ ਜਾਵੇ। ਅੱਗੇ ਬਿਪਤਾ ਵੇਲੇ ਜਪਜੀ ਸਾਹਿਬ ਦਾ ਪਾਠ ਜ਼ਿਕਰ ਸਤਵੰਤ ਕੌਰ ਨੇ ਦੱਸਿਆ ਸੀ, ਇਸ ਨੂੰ ਰੁੜਨੋਂ ਠੱਲ ਲੈਂਦਾ ਸੀ, ਪਰ ਹੁਣ ਪਾਠ ਕਰੇ ਇੱਕ ਪੌੜੀ ਦਾ ਤੇ ਮਨ ਸੋਚਾਂ ਦੇ ਪਰ ਲਾ ਕੇ ਸਤਵੰਤ ਕੌਰ ਦੇ ਮਗਰ ਸ਼ਹਿਰਾਂ ਜੰਗਲਾਂ ਵਿੱਚ ਸੈਂਕੜੇ ਉਡਾਰੀਆਂ ਮਾਰੇ। ਢਾਰਸ ਕਿਸ ਪ੍ਰਕਾਰ ਹੋਵੇ, ਬੈਠੀ ਬੈਠੀ ਦੇ ਅਥਰੂ ਵਗ ਤੁਰਨ, ਇਹ ਉਹਨਾਂ ਨੂੰ ਰੋਕੇ। ਪਰ ਜੇਕਰ ਪਿਚਕਾਰੀ ਦੇ ਮੂੰਹ ਅੱਗੇ ਤਾਂ ਦਈਏ ਉਂਗਲ ਤੇ ਪਿੱਛੋਂ ਦਬਾਈਏ ਡੱਕਾ, ਤਦ ਪਾਣੀ ਉਂਗਲ ਨੂੰ ਪਰੇ ਧੱਕ ਕੇ ਜ਼ੋਰ ਨਾਲ ਨਿਕਲਦਾ ਹੈ। ਵਿਛੋੜੇ ਦੀ ਪੀੜਾ ਦੇ ਧੱਕੇ ਨਾਲ ਇਸ ਦੀ ਅਕਲ ਦੀ ਉਂਗਲ ਜੋ ਅਥਰੂਆਂ ਨੂੰ ਰੋਕੇ ਪਰੇ ਜਾ ਪਵੇ ਅਰ ਹੰਝੂਆਂ ਦੀ ਧਾਰ ਤ੍ਰਿਖੀ ਹੋ ਕੇ ਵਗੇ। ਇਹ ਹਾਰ ਕੇ ਪਾਣੀ ਦੀ ਬਾਟੀ ਉੱਪਰ ਮੂੰਹ ਕਰਕੇ ਛਿੱਟੇ ਮਾਰੇ, ਜੋ ਅੱਖਾਂ ਦਾ ਸੋਮਾ ਸੁੱਕੜ ਕੇ ਹੀ ਪਾਣੀ ਨੂੰ ਬੰਦ ਕਰੇ, ਪਰ ਕਿੱਥੋਂ, ਸਗੋਂ ਉਲਟਾ ਅਸਰ ਹੋਵੇ। ਅੰਦਰੋਂ ਸੜਦੇ ਪਾਣੀ ਨੂੰ ਜਦ ਠੰਡੇ ਪਾਣੀ ਦੇ ਛਿੱਟਿਆਂ ਨਾਲ ਸਪਰਸ਼ ਹੋਵੇ, ਤਦ ਆਪਣੀ ਅੱਗ ਬੁਝਾਉਣੇ ਲਈ ਹੰਝੂਆਂ ਦਾ ਤੱਤਾ ਪਾਣੀ ਉਛਲ ਕੇ ਵੱਧ ਨਿਕਲੇ। ਵਿਚਾਰੀ ਫਾਤਮਾ ਦੇ ਹੱਥ-ਪੁਰ ਠੰਡੀਆਂ ਤੇ ਤੱਤੀਆਂ ਬੂੰਦਾਂ ਜਲ ਦੀਆਂ ਅੱਡ-ਅੱਡ ਇਉਂ ਪ੍ਰਤੀਤ ਹੋਣ, ਜੇਕਰ ਅੜਕ ਤੇ ਲੰਡਾ ਨਾਲੋਂ ਨਾਲ ਵਗਦੇ ਅੱਡ-ਅੱਡ ਰੰਗ ਦਿਖਾਲਦੇ ਹਨ। ਫਾਤਮਾ ਦੇ ਘਰ ਵਾਲੇ ਨੂੰ ਕਿਸੇ ਭਾਰੀ ਸੇਵਾ ਦੇ ਬਦਲੇ ਸਰਕਾਰੋਂ ਇੱਕ ਪਿੰਡ ਇਨਾਮ ਮਿਲਿਆ ਸੀ। ਉਸਨੇ ਆ ਕੇ ਦੱਸਿਆ, ਪਰ ਫਾਤਮਾ ਦੇ ਚਿਹਰੇ ਨੇ ਹਾਸੇ ਵਿੱਚ ਰੰਗ ਨਾ ਵਟਾਇਆ। ਬੰਨ ਕੇ ਹੱਸੇ, ਪਰ ਅੱਖਾਂ ਬੁੱਲਾਂ ਦੇ ਕਹੇ ਪੂਰੀ ਤਰ੍ਹਾਂ ਆਖੇ ਨਾ ਲੱਗਣ। ਅੱਖਾਂ ਤਰਬਤਰ ਹੋ ਜਾਣ। ਖਾਨ ਪੁੱਛੇ ਕਿ ਅੱਜ ਕਿਹੀ ਉਦਾਸੀ ਹੈ, ਪਰ ਉਹ ਕੀ ਦੱਸੇ। ਉਥੇ ਤਾਂ ਇਹ ਮਾਮਲਾ ਵਰਤ ਰਿਹਾ ਸੀ, ਹੇ ਦਿਲ ਦੇ ਸਾੜ ਇੱਕ ਸੁਣ ਬੇਨਤੀ ਤੂੰ, ਇਸ਼ਕ ਦੇ ਭੇਦ ਦੀ ਨਿਕਲੇ ਨਾ ਟੁਕਸੂ, ਵਿੱਚੋਂ ਵਿੱਚ ਫੂਕ ਛੱਡ ਬਾਕੀ ਨਾ ਇੱਕ ਲੂੰ, ਪਰ ਐਸੀ ਅੱਗ ਹੋ ਜਿਸ ਦਾ ਨਾ ਹੋ ਤੂੰ। ਇਹ ਮਾਮਲਾ ਫਾਤਮਾ ਨੂੰ ਆ ਵਾਪਰਿਆ ਸੀ, ਸੋ ਘਰ ਵਾਲੇ ਨੂੰ ਕੀ ਦੱਸੇ। ਬਹਾਨੇ ਕਰ ਟਾਲੇ, ਪਰ ਉਹ ਵਧੀਕ ਹਿੱਤ ਕਰ ਪੁੱਛੇ। ਛੇਕੜ ਨੀਂਦ ਨੇ ਆ ਛੁਡਾਇਆ, ਸਭ ਸੌਂ ਗਏ। ਇੱਕ ਫਾਤਮਾ ਸਿਰਹਾਣੇ ਤੇ ਸਿਰ ਰੱਖੀ ਰੋ ਕੇ ਉਸਨੂੰ ਗਿੱਲਿਆਂ ਕਰ ਰਹੀ ਸੀ। ਕਿੰਨੀ ਰਾਤ ਤਾਂ ਬੀਤੀ, ਪਰ ਹੁਣ ਥਕਾਨ ਨੇ ਥਕਾ ਦਿੱਤਾ ਸੀ। ਬਾਣੀ ਦੇ ਪਾਠ ਨੇ ਵੀ ਠਰਮਾ ਦਿੱਤਾ। ਕੁਝ ਕੁ ਆਲਸ ਜਿਹਾ ਆ ਗਿਆ। ਜਾਂ ਫਾਤਮਾ ਦਿਨੇ ਉੱਠੀ ਤਦ ਸਰੀਰ ਨਿਰਬਲ, ਦਿਲ ਕਮਜ਼ੋਰ ਤੇ ਉਹ ਵਿਛੋੜੇ ਦਾ ਸੱਲ ਬਾਕੀ। ਵਿਚਾਰੀ ਸੋਚਾਂ ਸੋਚੇ ਕਿ ਕੀਕਰ ਸਤਵੰਤ ਕੌਰ ਲੱਭੇ। ਆਪ ਪਰਦੇਦਾਰ, ਘਰੋਂ ਬਾਹਰ ਪੈਰ ਨਾ ਕੱਢਣਾ, ਭੇਤ ਐਸਾ ਜੋ ਕਿਸੇ ਨੂੰ ਦੱਸ ਨਾ ਸਕੇ। ਢੂੰਡ ਪਾਲ ਹੋਵੇ ਤਾਂ ਕੀਕਰ। ਫਿਰ ਜਦ ਸੋਚੇ ਕਿ ਸਤਵੰਤ ਕੌਰ ਬੜੀ ਹਠੀਆ ਹੈ ਅਰ ਜ਼ਰੂਰ ਪੰਜਾਬ ਨੂੰ ਧਾਈ ਕਰੇਗੀ, ਤਦ ਰਸਤੇ ਦੇ ਔਖ ਅਰ ਉਸਦੀ ਗਰੀਬੀ ਤੇ ਤੀਵੀਂ ਦੇ ਆਲਮ ਦਾ ਖਿਆਲ ਉਸਨੂੰ ਗੜੇ ਦੀ ਹੰਝੂ ਰੁਆਵੇ ਕਿ ਕੀਕਰ ਐਸਾ ਭਾਰਾ ਜ਼ਫਰ ਜਾਲੇਗੀ। ਖਬਰੇ ਕਿਸ ਮੁਸੀਬਤ ਵਿੱਚ ਫਸੇਗੀ, ਕਿੰਨਾ ਔਕੜਾਂ ਦੇ ਮੂੰਹ ਆਵੇਗੀ। ਇਹਨਾਂ ਸੋਚਾਂ ਤੇ ਫਿਕਰਾਂ ਵਿੱਚ ਕਈ ਦਿਨ ਬੀਤੇ, ਪਰ ਬਣਿਆ ਕੁਝ ਨਾ। ਇੱਕ ਦਿਨ ਘਰ ਵਾਲੇ ਨੇ ਆ ਕੇ ਦੱਸਿਆ ਕਿ ਉਹ ਲੜਕੀ ਜੋ ਸਾਡੇ ਘਰ ਰਹੀ ਸੀ ਅਰ ਜਿਸਨੇ ਮੈਨੂੰ ਕੈਦੋਂ ਛੁਡਾਇਆ ਸੀ, ਫੜੀ ਗਈ ਹੈ ਅਰ ਅਮੀਰ ਦੇ ਮਹਿਲੀਂ ਪਹੁੰਚਾਈ ਗਈ ਹੈ। ਇੱਕ ਪਠਾਨ ਦੇ ਪਾਸ ਸੀ ਅਰ ਉਹ ਮੰਡੀ ਵਿੱਚ ਵੇਚ ਰਿਹਾ ਸੀ। ਸਿਪਾਹੀਆਂ ਪਛਾਣ ਕੀਤੀ ਅਰ ਸਰਕਾਰੇ ਪਹੁੰਚਾਇਆ।
ਉੱਥੇ ਗੋਲੀਆਂ ਬਾਂਦੀਆਂ ਨੇ ਵੀ ਪਛਾਣ ਲਿਆ ਹੈ। ਅਮੀਰ ਸਾਹਿਬ ਵੀ ਕੁਝ ਪਛਾਣ ਕਰਦੇ ਹਨ। ਉਸਨੂੰ ਜੇ ਪੁੱਛੋ ਤਾਂ ਉੱਤਰ ਨਹੀਂ ਦਿੰਦੀ, ਬਿਟਰ ਤੱਕਦੀ ਤੇ ਫਰਨ ਰੋ ਪੈਂਦੀ। ਅਮੀਰ ਸਾਹਿਬ ਨੇ ਕੈਦ ਦਾ ਹੁਕਮ ਦਿੱਤਾ ਸੀ, ਪਰ ਮੈਂ ਰਹਿ ਨਾ ਸਕਿਆ। ਅਰਜ਼ ਕੀਤੀ ਕਿ ਮੈਨੂੰ ਸ਼ੱਕ ਪੈਂਦਾ ਹੈ ਕਿ ਇਹ ਲੜਕੀ ਉਹ ਨਹੀਂ ਹੈ। ਬਿਹਤਰ ਹੋਵੇ ਜੇ ਇਹ ਮੇਰੀ ਵਹੁਟੀ ਪਾਸ ਘੱਲੀ ਜਾਵੇ। ਉਹ ਠੀਕ ਤਰ੍ਹਾਂ ਪਛਾਣ ਸਕੇਗੀ ਜਿਸ ਪਾਸ ਇਸਨੇ ਮੁੱਦਤ ਕੱਟੀ ਹੈ। ਤੇ ਹੁਣ ਜੋ ਲੋਕ ਪਛਾਣਦੇ ਹਨ ਉਹਨਾਂ ਨੇ ਕੇਵਲ ਇੱਕੋ ਵੇਰ ਡਿੱਠੀ ਹੈ। ਅਮੀਰ ਨੇ ਇਹ ਗੱਲ ਮੰਨ ਲਈ ਹੈ ਅਰ ਕੱਲ ਉਹ ਤੁਹਾਡੇ ਪਾਸ ਲਿਆਂਦੀ ਜਾਏਗੀ। ਮੇਰਾ ਤਾਤਪਰਜ ਇਹ ਸੀ ਕਿ ਮੈਂ ਵੀ ਹਸਾਨ ਲਾ ਲਵਾਂ। ਜੇ ਉਹ ਹੋਈ ਤੁਸਾਂ ਕਹਿ ਦੇਣਾ ਕਿ ਇਹ ਉਹ ਨਹੀਂ ਹੈ। ਅਮੀਰ ਛੱਡ ਦੇਵੇਗਾ, ਤਦ ਵਿਚਾਰੀ ਬਚ ਰਹੇਗੀ। ਅਸੀਂ ਫਿਰ ਉਸਨੂੰ ਲੈ ਆਵਾਂਗੇ ਤੇ ਲੁਕਾ ਕੇ ਕਿਤੇ ਸੁੱਖ ਦੇ ਥਾਂ ਪਹੁੰਚਾ ਦਿਆਂਗੇ। ਫਾਤਮਾ ਪਹਿਲਾਂ ਤਾਂ ਗੋਤੇ ਗਈ ਸੀ, ਪਰ ਫਿਰ ਪਤੀ ਦੀ ਦਨਾਈ ਦੀ ਚਾਲ ਨੂੰ ਦੇਖ ਕੇ ਬੜੀ ਪ੍ਰਸੰਨ ਹੋਈ ਕਿ ਸ਼ੁਕਰ ਹੈ ਫਿਰ ਪਿਆਰੀ ਲੱਭ ਪਈ ਅਰ ਮੈਨੂੰ ਉਸਦੀ ਸੇਵਾ ਕਰਨ ਦਾ ਸਮਾਂ ਹੱਥ ਲੱਗੇਗਾ। ਦੂਸਰੇ ਦਿਨ ਫਾਤਮਾ ਪਾਤਸ਼ਾਹੀ ਮਹਿਲਾਂ ਨੂੰ ਸੱਦੀ ਗਈ। ਉੱਥੇ ਜਾ ਕੇ ਉਹ ਪੜੀ ਹੋਈ ਕੁੜੀ ਉਸਦੇ ਸਾਹਮਣੇ ਲਿਆਂਦੀ ਗਈ। ਫਾਤਮਾ ਦਾ ਦਿਲ ਸ਼ੋਕ ਨਾਲ ਧਕ-ਧਕ ਕਰ ਰਿਹਾ ਸੀ, ਪਰ ਸ਼ੋਕ ਦੇਖਦੇ ਸਾਰ ਹੀ ਸਾਰਾ ਦੂਰ ਹੋ ਗਿਆ। ਉਹ ਕੋਈ ਹੋਰ ਦੁਖਿਆਰਨ ਸੀ, ਸਤਵੰਤ ਕੌਰ ਨਹੀਂ ਸੀ। ਫਾਤਮਾ ਨੇ ਦੇਖਦੇ ਹੀ ਸਿਰ ਫੇਰਿਆ ਕਿ ਇਹ ਉਹ ਨਹੀਂ ਹੈ ਅਰ ਦਿਲ ਵਿੱਚ ਵੀ ਨਿਰਾਸ਼ ਹੋ ਗਈ। ਫਿਰ ਕੁਝ ਸ਼ੱਕ ਫੁਰਿਆ ਤਾਂ 2-4 ਗੱਲਾਂ ਉਸ ਨਾਲ ਕੀਤੀਆਂ, ਪਰ ਉਹ ਕੋਈ ਹੋਰ ਹੀ ਨਿਕਲੀ। ਜਦ ਉਸਨੇ ਕਹਿ ਦਿੱਤਾ ਕਿ ਇਹ ਕੁੜੀ ਉਹ ਨਹੀਂ ਹੈ, ਤਦ ਉਹ ਦਰੋਗੇ ਪਾਸ ਫਿਰ ਭੇਜੀ ਗਈ। ਪਾਤਸ਼ਾਹ ਦੀ ਤਸੱਲੀ ਹੋ ਗਈ ਅਰ ਉਸ ਕੁੜੀ ਨੂੰ ਛੱਡ ਦੇਣੇ ਦਾ ਹੁਕਮ ਹੋਇਆ। ਪਰ ਰਾਸ਼ੇ ਪਠਾਨ ਕੁਤਵਾਲ ਨੂੰ, ਜਿਸ ਨੇ ਉਸਨੂੰ ਫੜਿਆ ਸੀ, ਕ੍ਰੋਧ ਆ ਗਿਆ ਕਿ ਕਮਬਖਤ ਨੇ ਮੇਰੀ ਮਿਹਨਤ ਦੀ ਔਤ ਕੀਤੀ ਹੈ। ਇਸ ਰੋਹ ਵਿੱਚ ਬੰਦੂਕ ਦੇ ਕੁੰਦੇ ਨਾਲ ਹੁੱਜ ਦਿੱਤੀ। ਉਹ ਵਿਚਾਰੀ ਫਾਂਕਿਆਂ ਦੀ ਮਾਰੀ ਬੇਨਸੀਬ ਹਿੰਦੁਸਤਾਨ ਦੀ ਕੈਦਨ ਦੁੱਖਾਂ ਤੋਂ ਨਿਰਬਲ ਹੋਈ ਡਿੱਗ ਪਈ ਅਰ ਰਿੜਦੀ ਹੇਠਾਂ ਜਾ ਪਈ। ਸਿਰ ਪਾਟ ਗਿਆ ਅਰ ਭੌਰ ਉਡੰਤ ਹੋ ਗਿਆ। ਉਹਨਾਂ ਦੁੱਖਾਂ ਦੇ ਸਮੇਂ ਹਿੰਦੂਆਂ ਦਾ ਇਹ ਹਾਲ ਹੁੰਦਾ ਸੀ ਅਰ ਇਸ ਬੇਤਰਸੀ ਨਾਲ ਤੁਰਕ ਪਠਾਨ ਹਾਕਮ ਲੋਕ ਉਹਨਾਂ ਨਾਲ ਵਰਤਾਓ ਕਰਦੇ ਸਨ। ਹਿੰਦੂ ਨੂੰ ਤਾਂ ਬਸ ਪਸ਼ੂ ਤੁੱਲ ਵੀ ਨਹੀਂ ਜਾਣਦੇ ਸਨ। ਜੀ ਆਇਆ ਮਾਰ ਸਿੱਟਿਆ, ਜੀ ਆਇਆ ਦਾਸ ਬਣਾ ਲਿਆ, ਜੀ ਆਇਆ ਕਰੜੇ ਕੰਮੀ ਜੋ ਲਿਆ, ਜੀ ਆਇਆ ਪਸ਼ੂਆਂ ਵਾਂਗ ਵੇਚ ਛੱਡਿਆ। ਐਸੇ ਜ਼ਾਲਮ ਵਿਦੇਸ਼ੀ ਪਾਤਸ਼ਾਹਾਂ ਨਾਲ ਲੜ ਕੇ ਸਿੱਖ ਬਹਾਦਰਾਂ ਨੇ ਆਪਣਾ ਆਪ ਕੁਰਬਾਨ ਕਰ ਕੇ ਦੇਸ਼ ਨੂੰ ਉਹਨਾਂ ਤੋਂ ਸਾਫ਼ ਕੀਤਾ ਸੀ। ਧੰਨਵਾਦ।